हुए नामवर बेनशा कैसे कैसे, जमी खा गई आसमां कैसे कैसे। दुनिया ते राज करन वाले बहुत सारे हुक्मरान आए और चले गए, पर जो दिलों ते राज कर गए वो अज भी दिलों च उही जिउंदे वास्ते ने। और दिलों ते राज उही करते हैं जो अपने किसी फन दे नाल, अपनी किसी कला दे नाल दिलों तक पहुँच कर पाते हैं। अज साडा बड़ा वड्डा सुभाग है कि अज एक इहो जिहा अदाकार कलाकार साडे स्टूडियो दे विच तशरीफ फरमा है जो साडे सारिਆਂ दे दिलों च पहुँचता भी है और इसे करके वो दिलों च धड़कता भी है और दिलों ते राज भी करता है। अज जिस कलाकार दे नाल असीं तुहाडी मुलाकात करवाउण जा रहे हैं, पंजाब दे विच जदों असीं फिल्मां देखदे हां, टैलीविजन देखदे हां या रंगमंच देखदे हां तां उन्हां दा नाम जिहड़ा है मोरलियां पंक्तियां दे विच 5-10 जिहड़े कलाकार ने उन्हां च हमेशा शामिल हुंदा रहा है। सो आओ अज असीं सारे मिलदे हां साडे अपने गुरप्रीत कौर पंगू जी नूं। बहुत बहुत स्वागत पंगू। सत श्री अकाल जी, धन्नवाद, शुक्रिया। गुरप्रीत पंगू होनी पेशे तो ये रिटायर्ड अध्यापक ने, पर असीं इन्हां नूं बतौर कलाकार देखदे हां। अजकल तुसीं महसूस किया होएगा कि जिहड़े वीडियो साडे कोल सोशल मीडिया के जरिए पहुँचते हैं उन्हां दे विच इन्हां ने अपनी गायकी का जौहर भी दिखाया है। सो आओ अज इन्हां दे नाल ढेर सारियां गल्लां बातां करदे हां और कोशिश करदे हां इन्हां दी जिंदगी दे वो पहलू जानण दी जो शायद पहले साडे तक ना पहुँचे होण। पंगू मैम, तुसीं सब तो पहले तां असीं इत्थों ही शुरुआत करदे हां कि रंगमंच या अदाकारी दे नाल ਤੁਹਾਡਾ ਜੁੜਾਵ ਕਿਵੇਂ ਹੋਇਆ ਜਦੋਂ ਕਿ ਤੁਸੀਂ ਅਧਿਆਪਨ ਦੇ ਖੇਤਰ ਦੇ ਵਿੱਚ ਸੀ? ਹਾਂ, ਜਿਹੜੀ ਬਹੁਤ ਵਧੀਆ ਸਵਾਲ ਹੈ, ਕਿਉਂਕਿ ਬਹੁਤ ਲੋਕ ਮੈਨੂੰ ਵੀ ਪੁੱਛਦੇ ਨੇ ਕਿ ਕਿੱਧਰ ਟੀਚਿੰਗ ਲਾਈਨ ਤੇ ਕਿੱਧਰ ਇਹ ਰੰਗਮੰਚ ਵੱਲ ਤੁਸੀਂ ਕਿਵੇਂ ਆ ਗਏ। ਜਦੋਂ ਸਾਡਾ ਸਮਾਂ ਸੀਗਾ, ਮੈਨੂੰ ਯਾਦ ਹੈ ਕਿ 1974-75 ਦੇ ਵਿੱਚ ਮੈਂ 10th ਕਲਾਸ ਕੀਤੀ ਹੈ, ਤਾਂ ਉਦੋਂ ਕੁੜੀਆਂ ਨੂੰ ਇੰਨੀ ਵੱਡੀ ਆਗਿਆ ਨਹੀਂ ਸੀ ਕਿ ਉਹ ਰਾਤਾਂ ਨੂੰ ਜਾਂ ਦਿਨੇ ਜਾ ਕੇ ਕੋਈ ਨਾਟਕ ਦੇਖਣ। ਪਰ ਮੈਂ ਗੁਰਸ਼ਰਨ ਭਾਜੀ ਤੋਂ, ਜਿਹਨੂੰ ਸਾਰਾ ਪੰਜਾਬ ਹੀ ਨਹੀਂ ਇੰਟਰਨੈਸ਼ਨਲ ਲੈਵਲ 'ਤੇ ਥੀਏਟਰ ਦੀ ਦੁਨੀਆ ਵਿੱਚ, ਰੰਗਮੰਚ ਦੀ ਦੁਨੀਆ ਵਿੱਚ ਜਿਨ੍ਹਾਂ ਨੇ ਲੋਕਾਂ ਦਾ ਰੰਗਮੰਚ ਜਿਉਇਆ ਹੈ, ਲੋਕਾਂ ਦੀ ਜਿਉਣਾ ਸਿਖਾਇਆ ਜਿਨ੍ਹਾਂ ਨੇ, ਮੈਂ ਉਹਨਾਂ ਦੇ ਨਾਟਕ ਦੇਖਦੀ ਹੁੰਦੀ ਸੀ ਅਤੇ ਉਹਨਾਂ ਦੇ ਬਹੁਤ ਸਾਰੇ ਨਾਟਕ ਦੇਖੇ ਅਤੇ ਕਦੇ ਕਦੇ ਮਨ 'ਚ ਇਹ ਆਉਂਦਾ ਸੀ ਕਿ ਕਾਸ਼ ਮੈਂ ਕਦੇ ਇਸ ਸਟੇਜ 'ਤੇ ਹੋਵਾਂ। ਅਤੇ ਸਕੂਲ ਪੜ੍ਹਦੇ ਉਦੋਂ ਸ਼ਨੀਵਾਰ ਨੂੰ ਸਭਾ ਲੱਗਦੀ ਹੁੰਦੀ ਸੀ, ਉਹਨੂੰ ਸਭਾ ਹੀ ਬੋਲਾਂਗੇ। ਅਸੀਂ ਬੜੇ ਐਕਸਾਈਟਡ ਹੁੰਦੇ ਸੀ ਕਿ ਸ਼ਨੀਵਾਰ ਕਦੋਂ ਆਊਗਾ, ਅਸੀਂ ਪਾਰਟੀਸਪੇਟ ਕਰਾਂਗੇ। ਤਾਂ ਉਦੋਂ ਮੈਂ ਛੋਟੇ ਛੋਟੇ ਸਕਿੱਟਾਂ ਦੇ ਵਿੱਚ ਪਾਰਟੀਸਪੇਟ ਕਰਨਾ। ਵੈਸੇ ਆਲ ਰਾਊਂਡਰ ਹੁੰਦੀ ਸੀ ਖੇਡਾਂ ਦੇ ਖੇਤਰ ਵਿੱਚ, ਪੜ੍ਹਾਈ 'ਚ ਵੀ ਕੋਈ ਬਹੁਤੀ ਮਾੜੀ ਨਹੀਂ ਸੀ। ਜਿਵੇਂ ਕਿ ਕਿਹਾ ਜਾਂਦਾ ਕਿ ਜਿਹੜੇ ਖਿਡਾਰੀ ਹੁੰਦੇ ਨੇ ਉਹ ਬਹੁਤ ਇੰਟੈਲੀਜੈਂਟ ਨਹੀਂ ਹੁੰਦੇ, ਪਰ ਮੈਂ ਕਹਿੰਦੀ ਹਾਂ ਕਿ ਖਿਡਾਰੀ ਬਹੁਤ ਇੰਟੈਲੀਜੈਂਟ ਹੁੰਦੇ ਨੇ, ਕਿ ਸਾਊਂਡ ਮਾਈਂਡ ਇਨ ਏ ਸਾਊਂਡ ਬਾਡੀ। ਅਤੇ ਇਸ ਕਰਕੇ ਮੈਂ ਉੱਥੋਂ ਮੈਨੂੰ ਨਾ ਉਹਨਾਂ ਨੂੰ ਜਦੋਂ ਦੇਖਦੀ ਸੀ, ਮੈਂ ਖਾਸ ਕਰਕੇ ਜਦੋਂ ਇਹੋ ਜਿਹੇ ਨਾਟਕ ਕਰਦੇ ਸੀ ਜਿਹੜੇ ਔਰਤ ਵਰਗ ਨਾਲ ਸੰਬੰਧਿਤ ਹੁੰਦੇ ਸੀ ਅਤੇ ਉਹਨਾਂ ਨੂੰ ਮੈਂ ਸੁਣਦੀ ਸੀ, ਉਹਨਾਂ ਦੇ ਅੱਖਾਂ ਦੇ ਵਿੱਚ ਔਰਤਾਂ ਦੇ ਪ੍ਰਤੀ ਸਤਿਕਾਰ, ਸੁਪਨੇ, ਅਤੇ ਉੱਥੋਂ ਮੈਨੂੰ ਇਹ ਲੱਗਿਆ ਕਿ ਕਿਸੇ ਨਾ ਕਿਸੇ ਦਿਨ ਮੈਂ ਕੋਈ ਨਾ ਕੋਈ ਨਾਟਕ ਜ਼ਰੂਰ ਖੇਡੂੰਗੀ। ਔਰ ਫਿਰ ਤੁਸੀਂ ਅਦਾਕਾਰੀ ਦੇ ਸਫ਼ਰ ਦੇ ਵਿੱਚ ਇੰਨਾ ਅਗਾਂਹ ਵਧੇ ਕਿ ਅੱਜ ਜਦੋਂ ਤੁਸੀਂ ਕਹਿ ਲਓ ਵੀ ਹੁਣ ਤੁਸੀਂ ਇਕੱਲੇ ਸਫ਼ਰ ਨਹੀਂ ਕਰ ਸਕਦੇ, ਵੀ ਜੇ ਇਕੱਲੇ ਨਿਕਲੋਗੇ ਤਾਂ ਲੋਕੀ ਕਹਿਣਗੇ ਵੀ ਮੈਂ ਤਾਂ ਸੈਲਫੀ ਲੈਣੀ ਹੈ, ਹੈ ਨਾ। ਸੋ ਇਹ ਇੱਕ ਸਫ਼ਰ ਕਲਾਕਾਰ ਦੇ ਤੌਰ 'ਤੇ ਜੋ ਤੁਸੀਂ ਹੰਢਾਇਆ, ਜਿਹਦੇ 'ਚ ਇੱਕ ਕਲਾਕਾਰ ਤੋਂ ਫਿਰ ਤੁਸੀਂ ਇੱਕ ਪਬਲਿਕਲੀ ਐਡੀ ਵੱਡੀ ਫਿਗਰ ਬਣ ਜਾਂਦੇ ਹੋ, ਐਡੀ ਵੱਡੀ ਸ਼ਖਸੀਅਤ ਬਣ ਜਾਂਦੇ ਹੋ ਕਿ ਹਰ ਬੰਦਾ ਲੋਚਦਾ ਹੈ ਕਿ ਮੈਂ ਇੱਕ ਵਾਰੀ ਮੈਡਮ ਮਿਲਣੇ ਤਾਂ ਮੈਂ ਹੁਣ ਬਸ ਇਹਨਾਂ ਦਾ ਲਾਹਾ ਲੈ ਲਵਾਂ। ਇਸ ਸਫ਼ਰ ਦਾ ਜਿਹੜਾ ਤੁਸੀਂ ਪੜਾਅ ਹੈ, ਕਿੱਥੇ ਕਿੱਥੇ ਕਿਵੇਂ ਮਹਿਸੂਸ ਕਰਦੇ ਹੋ? ਦੇਖੋ, ਜਦੋਂ ਕਿਸੇ ਨੂੰ ਕੋਈ ਮਾਨਤਾ ਮਿਲਦੀ ਹੈ, ਕਿਹਨੂੰ ਨਹੀਂ ਚੰਗੀ ਲੱਗਦੀ, ਭਾਵੇਂ ਕੋਈ ਬੰਦਾ ਕਵੇ ਨਾ ਕਵੇ, ਪਰ ਉਸ ਮਾਨਤਾ ਨੂੰ ਤੁਸੀਂ ਬਰਕਰਾਰ ਕਿਵੇਂ ਰੱਖਣਾ, ਇਹ ਮੇਰੇ ਜ਼ਿਹਨ 'ਚ ਸਦਾ ਰਹੂਗਾ ਅਤੇ ਰਹਿੰਦਾ ਵੀ ਹੈ। ਅਤੇ ਮੈਨੂੰ ਹਮੇਸ਼ਾ ਇਹ ਲੱਗਦਾ ਹੁੰਦਾ ਹੈ ਕਿ ਇਸ ਮੁਕਾਮ ਤੱਕ ਪਹੁੰਚਣ ਲਈ ਕਿੰਨਾ ਸਫ਼ਰ ਤੈਅ ਕੀਤਾ ਹੈ, ਅਤੇ ਇਹਦੇ ਵਿੱਚ ਕੋਈ ਹੰਕਾਰ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਮਾਣ ਜ਼ਰੂਰ ਮਹਿਸੂਸ ਹੁੰਦਾ ਹੈ, ਅਤੇ ਮੈਂ ਇਹਦਾ ਸਿਹਰਾ ਵੀ ਉਸ ਮੇਰੇ ਗੁਰੂ, ਮੇਰੇ ਪਿਤਾ ਗੁਰਸ਼ਰਨ ਭਾਜੀ ਨੂੰ ਦਿੰਦੀ ਹਾਂ, ਜਿਨ੍ਹਾਂ ਨੂੰ ਦੇਖ ਦੇਖ ਕੇ, ਜਿਨ੍ਹਾਂ ਦੀ ਉਂਗਲ ਫੜ ਕੇ ਅਸੀਂ ਇੱਥੇ ਪਹੁੰਚੇ ਹਾਂ। ਮਾਣ ਮਹਿਸੂਸ ਹੁੰਦਾ ਅਤੇ ਲੋਕਾਂ ਨੂੰ ਮੈਂ ਬੜਾ ਸਤਿਕਾਰ ਦਿੰਦੀ ਹਾਂ, ਛੋਟਿਆਂ ਨੂੰ ਬਹੁਤ ਪਿਆਰ, ਕਿਉਂਕਿ ਤੁਰੇ ਜਾਂਦਿਆਂ ਨੂੰ ਜਦੋਂ ਕੋਈ ਇਹ ਕਹਿੰਦਾ ਕਿ ਮੈਨੂੰ ਤੁਹਾਡੇ ਵਿੱਚੋਂ ਆਪਦੀ ਦਾਦੀ ਝਲਕਦੀ ਹੈ, ਮੈਨੂੰ ਤੁਹਾਡੇ ਵਿੱਚੋਂ ਆਪਦੀ ਮਾਂ ਝਲਕਦੀ ਹੈ, ਉਹ ਇੱਕ ਪਾਤਰ ਹੁੰਦਾ। ਜਦੋਂ ਉਸ ਪਾਤਰ ਨੂੰ ਕੋਈ ਪਿਆਰ ਕਰਦੇ, ਮੈਨੂੰ ਬਹੁਤ ਚੰਗਾ ਲੱਗਦਾ। ਫਿਰ ਤਾਂ ਯਾਦਾਂ ਵੀ ਬਹੁਤ ਸਾਰੀਆਂ ਜੁੜੀਆਂ ਹੋਣਗੀਆਂ ਤੁਹਾਡੇ ਨਾਲ। ਕੋਈ ਇਹੋ ਜਿਹਾ ਪਲ, ਕੋਈ ਇਹੋ ਜਿਹੀ ਯਾਦ ਜੋ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕਰ ਸਕੋ
ਚਾਹੇ ਉਹ ਰੰਗਮੰਚ ਦੀ ਹੋਵੇ, ਚਾਹੇ ਟੈਲੀਵਿਜ਼ਨ ਦੀ ਜਾਂ ਫਿਲਮ ਦੀ ਹੋਵੇ, ਜਿਹੜੀ ਤੁਹਾਨੂੰ ਨਾ ਭੁੱਲਦੀ ਹੋਵੇ ਕਿ ਯਾਰ ਦੇਖੋ ਰੰਗਮੰਚ ਦੀ ਜਿਹੜੀ ਯਾਦ ਹੈ ਉਹ ਤਾਂ ਮੈਨੂੰ ਇਹੀ ਲੱਗਦਾ ਕਿ ਮੈਨੂੰ ਹੁਣ ਵੀ ਅੱਖਾਂ 'ਚ ਹੰਝੂ ਆ ਜਾਂਦੇ ਆ ਕਿ ਇੱਕ ਵਾਰੀ ਜਦੋਂ ਗੁਰਸ਼ਰਨ ਭਾਜੀ ਦੇ ਨਾਟਕ ਸੀ ਰਾਤ ਨੂੰ ਭੁੱਚੋ ਕਲਾਂ ਡਿਸਟ੍ਰਿਕਟ ਬਠਿੰਡੇ ਦੇ ਵਿੱਚ, ਉਹਨਾਂ ਨੇ ਤਾਂ ਪੰਜਾਬ ਦਾ ਕੋਈ ਪਿੰਡ ਛੱਡਿਆ ਹੀ ਨਹੀਂ। ਅਤੇ ਅਸੀਂ ਮੇਰੇ ਬਾਬਾ ਜੀ ਉਦੋਂ ਜਿਹੜੇ ਬਜ਼ੁਰਗ ਹੁੰਦੇ ਸੀ, ਉਹਨਾਂ ਨੂੰ ਲੱਗਦਾ ਸੀ ਕੁੜੀਆਂ ਰਾਤ ਨੂੰ ਕੀ ਕਰਨ ਜਾਂਦੀਆਂ ਨੇ, ਅਤੇ ਉਦੋਂ ਮੈਨੂੰ ਇਹ ਲੱਗਦਾ ਕਿ ਘਰੋਂ ਝਿੜਕਾਂ ਪਈਆਂ ਸੀ ਕਿ ਤੁਸੀਂ ਇਹਨਾਂ ਨਾਟਕਾਂ ਤੋਂ ਕੀ ਲੈਣਾ, ਤੁਸੀਂ ਚੁੱਪ ਕਰਕੇ ਆਪਣਾ ਪੜ੍ਹੋ। ਅਤੇ ਜਦੋਂ ਉਹ ਮੈਨੂੰ ਪਤਾ ਨਹੀਂ ਉਹ ਸੁਪਨਾ ਸੀ ਜਾਂ ਕੀ ਸੀ, ਕਿਉਂਕਿ ਅਸੀਂ ਤਾਂ ਸਾਡੇ ਸਮਿਆਂ ਦੇ ਵਿੱਚ ਕੋਈ ਬੱਚੇ ਬਹੁਤੇ ਕੌਨਸ਼ੀਅਸ ਨਹੀਂ ਸੀ ਹੁੰਦੇ, ਨਾ ਹੀ ਬਹੁਤਾ ਪਤਾ ਹੁੰਦਾ ਸੀ ਕੀ ਕਰਨਾ। ਅਤੇ ਉਦੋਂ ਮੈਨੂੰ ਲੱਗਿਆ ਕਿ ਉਹ ਯਾਦ ਹੁਣ ਵੀ ਮੇਰੇ ਅੰਦਰ ਤਾਜ਼ਾ ਹੈ ਕਿ ਭਾਜੀ ਦਾ ਨਾਟਕ ਦੇਖ ਕੇ ਜਿਹੜੇ ਮੈਂ ਔਰਤਾਂ ਦੀ ਗੱਲ ਕਰਦੀ ਹਾਂ ਕਿ ਭਾਜੀ ਔਰਤ ਨੂੰ ਕਿੱਥੇ ਦੇਖਣਾ ਚਾਹੁੰਦੇ ਸੀ, ਅਤੇ ਘਰੇ ਆਇਆਂ ਨੂੰ ਝਿੜਕਾਂ ਮਿਲੀਆਂ। ਅਤੇ ਮੈਨੂੰ ਇਹ ਲੱਗਦਾ ਕਿ ਉਦੋਂ ਮੈਂ ਬੋਲਡ ਹੋਈ, ਉਦੋਂ ਮੈਂ ਇਹ ਸਵਾਲ ਕੀਤਾ ਕਿ ਕਿਉਂ ਅਸੀਂ ਕਿਹੜਾ ਕਿਤੇ ਕੋਈ ਇੱਦਾਂ ਦੇ ਕੰਮ 'ਤੇ ਗਏ ਹਾਂ, ਅਤੇ ਅੱਜ ਤੋਂ ਬਾਅਦ ਮੈਨੂੰ ਤੁਸੀਂ ਇਸ ਤਰੀਕੇ ਨਾਲ ਗੁੱਸੇ ਨਹੀਂ ਹੋ ਸਕਦਾ। ਸ਼ਾਇਦ ਉਹ ਮੇਰੀ ਇੱਕ ਬਗਾਵਤ ਸੀ। ਵਾਹ। ਮੈਨੂੰ ਉਹ ਲੱਗਦਾ ਕਿ ਉਹ ਜਿਹੜੀ ਯਾਦ ਹੈ ਉਹ ਸਦਾ ਮੇਰੇ ਨਾਲ ਚੱਲਦੀ ਹੈ। ਅਤੇ ਮੈਂ ਸੈਲਿਊਟ ਕਰਦੀ ਹਾਂ ਭਾਜੀ ਨੂੰ ਕਿ ਜਿਨ੍ਹਾਂ ਨੇ ਉਸ ਉਮਰ ਦੇ ਵਿੱਚ ਇਹ ਸਿਖਾਇਆ ਕਿ ਜਿੱਥੇ ਤੁਸੀਂ ਗਲਤ ਨਹੀਂ ਉੱਥੇ ਤੁਸੀਂ ਬੋਲੋ। ਅਤੇ ਮੈਨੂੰ ਇਹ ਲੱਗਦਾ ਕਿ ਉਹ ਮੇਰੀ ਜ਼ਿੰਦਗੀ ਦਾ ਇੱਕ ਅਨਮੋਲ ਪਲ ਵੀ ਸੀ, ਅਤੇ ਇੱਕ ਮਨ ਵੀ ਉਦਾਸ ਹੋਇਆ, ਪਰ ਉਸ ਨੇ ਮੈਨੂੰ ਬਹੁਤ ਕੁਛ ਦਿੱਤਾ। ਕੋਈ ਇੱਕ, ਕਿਉਂਕਿ ਤੁਸੀਂ ਜਿੱਦਾਂ ਕਿਹਾ ਕਿ ਔਰਤਾਂ ਦੀ ਜਦੋਂ ਗੱਲ ਹੁੰਦੀ ਹੈ ਤਾਂ ਬਦੋ ਬਦੀ ਮਨ 'ਚ ਖਿਆਲ ਆਉਂਦਾ ਹੈ ਕਿ ਬਗਾਵਤ ਕਿਉਂ ਨਹੀਂ, ਜੇ ਹੁਣ ਨਹੀਂ ਤਾਂ ਕਦੋਂ ਬੋਲਣਾ ਹੈ ਨਾ। ਕੋਈ ਡਾਇਲੋਗ ਵੀ ਯਾਦ ਆਉਂਦਾ ਹੈ ਜੇ ਕੋਈ ਸਾਡੇ ਦਰਸ਼ਕਾਂ ਨਾਲ ਸਾਂਝ ਪਾ ਸਕੋ, ਕਿਉਂਕਿ ਬਹੁਤ ਸਾਰੇ ਜਿਹੜੇ ਦਰਸ਼ਕ ਨੇ ਉਹ ਦੇਖਣਾ ਚਾਹੁੰਦੇ ਨੇ ਤੁਹਾਨੂੰ ਕਿ ਮੈਡਮ ਅੱਜ ਸਾਡੇ ਕੋਲ ਆਏ ਨੇ, ਅਤੇ ਜੇ ਸਾਨੂੰ ਥੋੜ੍ਹਾ ਜਿਹਾ ਕੁਝ ਮੈਂ ਇੱਥੇ ਵਧੀਆ ਗੱਲ ਹੈ ਕਿ ਮੈਨੂੰ ਭਾਜੀ ਦਾ ਹੀ ਪਲੇ ਸੀਗਾ ਇੱਕ ਸਰਪੰਚ ਨੇ। ਅੱਛਾ। ਅਤੇ ਉਹ ਆਪਣੇ ਆਮ ਪਿੰਡਾਂ ਦੇ ਵਿੱਚ ਜਾਂ ਸਾਡੇ ਸਮਾਜ ਦੇ ਵਿੱਚ ਜਾਂ ਸਾਡੇ ਸੰਵਿਧਾਨ ਦੇ ਵਿੱਚ ਔਰਤਾਂ ਨੂੰ ਕਿਹਾ ਜਾਂਦਾ ਕਿ ਇਹਨੂੰ ਇੰਨੇ % ਇਹਨੂੰ ਹੱਕ ਹੈ ਅਤੇ ਇਹਨੂੰ ਬਰਾਬਰਤਾ ਦਾ ਹੱਕ ਹੈ। ਅਤੇ ਸਰਪੰਚਣੀ ਦੇ ਨਾਂ ਤੋਂ ਹੀ ਤੁਹਾਨੂੰ ਜ਼ਾਹਰ ਹੈ ਕਿ ਸਰਪੰਚਣੀ ਪਲੇ ਦਾ ਮਤਲਬ ਕਿ ਉਹ ਪੂਰੇ ਪਿੰਡ ਨੂੰ ਰਿਪਰੈਜ਼ੈਂਟ ਕਰ ਰਹੀ ਹੈ। ਪਰ ਹੁੰਦਾ ਕੀ ਹੈ ਕਿ ਉਹ ਸਰਪੰਚਣੀ ਹੁੰਦੀ ਹੈ, ਪਰ ਜਿਹੜੀਆਂ ਉਹਦੇ ਸਾਰੇ ਹੱਕ ਹੈ ਉਹ ਸਰਪੰਚ ਉਹਦੇ ਘਰ ਵਾਲਾ ਹੀ ਹੁੰਦਾ। ਉਹਨੂੰ ਪਤਾ ਨਹੀਂ ਕੋਈ ਸਰਪੰਚ ਨਹੀਂ ਕਹਿੰਦਾ ਕਿ ਨਹੀਂ, ਤਾਂ ਉਹਨੂੰ ਇਹੀ ਕਿਹਾ ਜਾਂਦਾ ਕਿ ਹੋਰ ਸਰਪੰਚ ਸਾਹਿਬ। ਅਤੇ ਸਰਪੰਚ ਸਾਹਿਬ ਵੀ ਫਿਰ ਥੋੜ੍ਹਾ ਚੌੜਾ ਹੋ ਜਾਂਦਾ। ਅਤੇ ਜਦੋਂ ਉਹ ਪਿੰਡ ਨੂੰ ਰਿਪਰੈਜ਼ੈਂਟ ਕਰਦੀ ਹੈ ਤਾਂ ਇੱਕ ਦਿਨ ਉਹਨੂੰ ਥਾਣੇ ਜਾਣਾ ਪੈਂਦਾ, ਅਤੇ ਉਹਦੇ ਘਰ ਵਾਲਾ ਕਹਿੰਦਾ ਵੀ ਤੂੰ ਥਾਣੇ ਨਹੀਂ ਜਾ ਸਕਦੀ। ਉਹ ਕਹਿੰਦੀ ਮੈਂ ਕਿਉਂ ਨਹੀਂ ਜਾ ਸਕਦੀ, ਕਿਉਂਕਿ ਮੈਂ ਪਿੰਡ ਦੀ ਸਰਪੰਚ ਹਾਂ, ਲੋਕਾਂ ਨੇ ਮੈਨੂੰ ਚੁਣਿਆ। ਉਹ ਕਹਿੰਦਾ ਨਹੀਂ, ਬਸ ਇੱਕ ਤੈਨੂੰ ਕੀ ਅਕਲ ਹੈ ਕਿ ਤੂੰ ਥਾਣੇਦਾਰ ਨਾਲ ਗੱਲ ਕਿਵੇਂ ਕਰੇਂਗੀ, ਥਾਣੇਦਾਰ ਨਾਲ ਮੇਜ਼ ਦੇ ਹੇਠਾਂ ਪੈਰ ਨਾਲ ਪੈਰ ਮਿਲਾਵੇਂਗੀ, ਕੀ ਕਰੇਂਗੀ। ਜਾਣੀ ਉਹਦੀ ਸੋਚ ਉਹ ਹੈ, ਪਰ ਉਹ ਬਗਾਵਤ ਕਰਦੀ ਹੈ ਕਿ ਸਰਪੰਚ ਨਹੀਂ ਮੈਂ ਹਾਂ, ਸਰਪੰਚ ਤੂੰ ਨਹੀਂ, ਮੈਂ ਥਾਣੇ ਜਾਊਂਗੀ। ਮਤਲਬ ਇਹ ਨਹੀਂ ਹੈਗਾ ਕਿ ਮੇਰੇ 4 ਲਾਵਾਂ ਲੈ ਕੇ ਮੈਂ ਤੇਰੇ ਅਧੀਨ ਹੋ ਗਈ, ਮੇਰੇ ਕੁਛ ਹੱਕ ਵੀ ਹੈ। ਕਿਉਂਕਿ ਬਾਣੀ ਵੀ ਜੇ ਤੁਸੀਂ ਲਾਵਾਂ ਦੀ ਗੱਲ ਕਰਦੇ ਹੋ ਤਾਂ ਉਹ ਵੀ ਇਹੀ ਕਹਿੰਦੇ ਆ ਕਿ ਸੋ ਕੋਈ ਮੰਦਾ ਆਖੀਏ ਜਿੱਤ ਜਮੈ ਰਾਜਾਨ। ਸਾਡੇ ਬਾਬੇ ਨਾਨਕ ਨੇ ਕਿੱਡਾ ਸੋਹਣਾ ਕਿਹਾ। ਤੇ ਭਾਜੀ ਨੂੰ ਸਲੂਟ ਹੈ ਕਿ ਉਹਨੇ ਔਰਤ ਨੂੰ ਰਿਪਰੈਜ਼ੈਂਟ ਕਰਦਾ ਇਹ ਪਲੇ ਲਿਖਿਆ, ਤੇ ਇਹ ਪਲੇ ਮੈਂ ਬਹੁਤ ਵਾਰੀ ਖੇਡਿਆ। ਅੱਛਾ, ਤੁਸੀਂ ਕਿਹਾ ਵੀ ਮੈਂ ਥਾਣੇ ਜਾਊਂਗੀ, ਹੈ ਨਾ, ਔਰ ਜਿਸ ਢੰਗ ਨਾਲ ਤੁਸੀਂ ਕਿਹਾ, ਅਸੀਂ ਅਕਸਰ ਇਹ ਦੇਖਦੇ ਹਾਂ ਕਿ ਫਿਲਮਾਂ ਦੇ ਵਿੱਚ ਇੱਕ ਆਰਟਿਸਟ ਨੂੰ ਟਾਈਪਡ ਕਰ ਦਿੱਤਾ ਜਾਂਦਾ ਹੈ ਕਿ ਭਾਈ ਤੇਰਾ ਆਹ ਚੀਜ਼ ਹਿੱਟ ਹੈ ਅਤੇ ਤੂੰ ਹੁਣ ਇੱਦਾਂ ਹੀ ਕਰ, ਹਰ ਜਗ੍ਹਾ ਦੇ ਉੱਤੇ ਇੱਦਾਂ ਹੀ ਕਰ। ਕੀ ਤੁਸੀਂ ਵੀ ਮਹਿਸੂਸ ਕਰਦੇ ਹੋ ਕਿ ਤੁਹਾਨੂੰ ਵੀ ਫਿਲਮਾਂ ਦੇ ਵਿੱਚ ਜਦੋਂ ਤੁਸੀਂ ਆਏ ਜਾਂ ਅਦਾਕਾਰੀ ਦੇ ਖੇਤਰ ਦੇ ਵਿੱਚ ਜਦੋਂ ਤੁਸੀਂ ਆਏ ਤਾਂ ਤੁਹਾਨੂੰ ਇਹ ਫੋਰਸਫੁਲੀ ਤੁਹਾਨੂੰ ਕਿਹਾ ਗਿਆ ਕਿ ਨਹੀਂ ਯਾਰ ਇੱਦਾਂ ਦਾ ਹੀ ਰੋਲ ਕਰਨਾ? ਹਾਂ, ਕਦੇ ਲੱਗਦਾ ਹੁੰਦਾ ਕਿ ਜਿਵੇਂ ਕੋਈ ਗੁੱਸੇ ਵਾਲਾ ਕਰੈਕਟਰ ਹੈ, ਕਿਸੇ ਨੂੰ ਤੁਸੀਂ ਗੁੱਸੇ ਹੋਣਾ ਹੈ, ਜ਼ਰੂਰੀ ਨਹੀਂ ਕਿ ਤੁਸੀਂ ਉਹਨੂੰ ਲਾਊਡ ਹੀ ਗੁੱਸੇ ਹੋਵੋ। ਉਹਨੂੰ ਤੁਸੀਂ ਆਪਦੀਆਂ ਅੱਖਾਂ ਰਾਹੀਂ ਬੱਚੇ ਨੂੰ ਝਿੜਕਣਾ, ਜ਼ਰੂਰੀ ਨਹੀਂ ਤੁਸੀਂ ਬੱਚੇ ਨੂੰ ਚੀਕਾਂ ਮਾਰ ਕੇ ਕਹੋਗੇ, ਕਿਉਂਕਿ ਮਾਂ ਦੇ ਅੰਦਰ ਇੱਕ ਮਮਤਾ ਵੀ ਹੁੰਦੀ ਹੈ, ਪਰ ਜਦੋਂ ਗੁੱਸਾ ਹੁੰਦਾ ਉਹ ਇੱਕ ਹੋਰ ਤਰੀਕੇ ਦਾ ਗੁੱਸਾ ਹੁੰਦਾ। ਤੇ ਇਸੇ ਤਰੀਕੇ ਨਾਲ ਜਦੋਂ ਕੁਛ ਤੁਹਾਡਾ ਸਾਹਮਣੇ ਵਾਲਾ ਤੁਹਾਨੂੰ ਡੀਗ੍ਰੇਡ ਕਰਦਾ ਉਹ ਗੁੱਸਾ ਹੁੰਦਾ। ਜ਼ਰੂਰੀ ਨਹੀਂ ਇੱਕ ਔਰਤ ਦਾ ਗੁੱਸਾ ਬਹੁਤ ਲਾਊਡ ਹੋਵੇ। ਤੇ ਕਦੇ ਕਦੇ ਮਹਿਸੂਸ ਹੁੰਦਾ ਪਤਾ ਨਹੀਂ ਲੋਕ ਹੀ ਇਸ ਤਰੀਕੇ ਨਾਲ ਪਿਆਰ ਕਰਦੇ ਨੇ ਜਾਂ ਪਿੰਡਾਂ ਦੇ ਵਿੱਚ ਸਾਡਾ ਗੁੱਸਾ ਹੀ ਇਸ ਤਰੀਕੇ ਨਾਲ ਜ਼ਾਹਰ ਹੁੰਦਾ। ਉੱਥੇ ਕਦੇ ਕਦੇ ਮੈਨੂੰ ਜ਼ਰੂਰ ਮਹਿਸੂਸ ਹੁੰਦਾ ਕਿ ਹੁਣ ਇਹ ਜਿਹੜਾ ਮੇਰਾ ਗੁੱਸਾ ਹੈ ਉਹ ਬੋਡੀ ਲੈਂਗੁਏਜ ਰਾਹੀਂ ਹੋਵੇ, ਨਾ ਕਿ ਬਹੁਤ ਲਾਊਡ ਹੋਵੇ। ਤੇ ਉਹ ਫਿਰ ਇਹ ਕਿਸੇ ਡਾਇਰੈਕਟਰ 'ਤੇ ਡਿਪੈਂਡ ਕਰਦਾ ਹੁੰਦਾ ਜਾਂ ਤੁਹਾਡੀ ਕਹਾਣੀ ਤੁਹਾਨੂੰ ਕੀ ਮੰਗ ਕਰਦੀ ਹੈ। ਕਈ ਵਾਰੀ ਮੈਨੂੰ ਲੱਗਦਾ ਕਿ ਕਹਾਣੀ ਇਸ ਤਰੀਕੇ ਨਾਲ ਮੰਗ ਕਰਦੀ ਹੈ, ਪਰ ਮਹਿਸੂਸ ਅੰਦਰ ਹੋ ਜਾਣਾ ਇਹ ਵੱਖਰੀ ਗੱਲ ਹੈ। ਤੇ ਉਦੋਂ ਮੈਨੂੰ ਲੱਗਦਾ ਹੁੰਦਾ ਕਿ ਜਿਹੜਾ ਗੁੱਸਾ ਹੈ ਨਾ ਹੁਣ ਇਸ ਏਜ 'ਚ ਆ ਕੇ ਲੱਗਦਾ ਕਿ ਬਹੁਤ ਲਾਊਡ ਨਹੀਂ ਹੋਣਾ ਚਾਹੀਦਾ। ਪਰ ਪਤਾ ਨਹੀਂ ਕਿ ਦਰਸ਼ਕ ਹੀ ਮੇਰੇ ਗੁੱਸੇ ਨੂੰ ਪਸੰਦ ਕਰਦੇ ਨੇ, ਹੈ ਨਾ, ਮੈਨੂੰ ਨਹੀਂ ਲੱਗਣ ਲੱਗ ਗਿਆ। ਕਈ ਵਾਰ ਮੈਨੂੰ ਐਂ ਲੱਗਦਾ ਹੁੰਦਾ ਕਿ ਕਿਤੇ ਲੋਕਾਂ ਨੂੰ ਐਂ ਤਾਂ ਨਹੀਂ ਲੱਗਦਾ ਵੀ ਇਹ ਬੜੀ ਲੜਾਕੀ ਹੈ, ਪਰ ਇਹ
ਮਹਿਸੂਸ ਇੱਕ ਮੈਂ ਹੀ ਕਰ ਸਕਦੀ ਹਾਂ, ਕਿਉਂਕਿ ਉਹ ਤਾਂ ਇੱਕ ਪਾਤਰ ਹੁੰਦਾ ਹੈ, ਪਾਤਰ ਹੰਢਾ ਰਹੀ ਹਾਂ। ਜਿਹੜਾ ਸਵਾਲ ਤੁਸੀਂ ਕਰਿਆ ਕਿ ਕੋਈ ਡਾਇਰੈਕਟਰ ਐਂ ਕਹਿੰਦਾ, ਚਲੋ ਡਾਇਰੈਕਟਰਾਂ ਦੀ ਆਪਣੀ ਸਮਝ ਆ ਜਾਂ ਕਹਾਣੀ ਦੇ ਆਧਾਰ ਤੇ ਕਦੇ ਕਦੇ ਹੁੰਦਾ ਕਿ ਨਹੀਂ ਮੈਡਮ ਬਸ ਤੁਸੀਂ ਨਹੀਂ, ਹੋਰ ਥੋੜਾ ਜਿਹਾ ਲਾਊਡ ਕਰੋ। ਤੁਸੀਂ ਗੀਤ ਵੀ ਬੜੇ ਸੋਹਣੇ ਗਾਉਂਦੇ ਹੋ। ਨਹੀਂ, ਮੈਂ ਸਿੰਗਰ ਤਾਂ ਨਹੀਂ ਗੁਰਵਿੰਦਰ, ਇਹ ਤੁਹਾਨੂੰ ਕਿੱਥੋਂ ਪਤਾ? ਮੇਰਾ ਤਾਂ ਗਲਾ ਹੀ ਨਹੀਂ ਸਿੰਗਰਾਂ ਵਾਲਾ। ਪਰ ਸਾਨੂੰ ਪਤਾ ਲੱਗ ਪਰ ਮੈਂ ਸਿੰਗਿੰਗ ਨੂੰ ਪਿਆਰ ਬਹੁਤ ਕਰਦੀ ਹਾਂ, ਕਿਉਂਕਿ ਸਾਡਾ ਜਨਮ ਹੈ ਲੋਰੀਆਂ 'ਚ ਹੋਇਆ, ਜਾਂ ਸਾਡੀ ਉਹ ਏਜ ਸੀ ਜਿਹੜੇ ਅਸੀਂ ਦਾਦੀ ਦੀਆਂ ਆਪਦੀਆਂ ਮਾਵਾਂ ਦੇ ਗੀਤ ਸੁਣਦੇ ਰਹੇ। ਪਿਆਰ ਬਹੁਤ ਕਰਦੀ ਹਾਂ, ਪਰ ਮੈਂ ਸਿੰਗਰ ਨਹੀਂ। ਜੇ ਥੋੜਾ ਜਿਹਾ ਕੁਛ ਤੁਸੀਂ ਤਾਂ ਗਾਇਆ। ਕਿੱਥੇ ਗਾਇਆ ਮੈਂ? ਤੁਹਾਡਾ ਵੀਡੀਓ ਚੱਲਦੇ ਏਡੇ ਹੈ, ਕਿਹੜਾ ਵੀਡੀਓ? ਨਿਰਮਲ ਰਿਸ਼ੀ ਹੁਣਾਂ ਦੇ ਨਾਲ। ਉਹ ਕਈ ਵਾਰ ਨਾ ਸੈੱਟ ਤੇ ਬੈਠੇ ਹੁੰਦੇ ਆ ਤੇ ਬਲਬਲੇ ਨੇ। ਰਿਸ਼ੀ ਭੈਣ ਜੀ ਸਾਡੇ ਪੰਜਾਬੀ ਇੰਡਸਟਰੀ ਦੀ ਮੈਂ ਤਾਂ ਕਹੂੰਗੀ ਦਾਦੀ ਨਾਨੀ ਸਭ ਕੁਛ ਹੈ, ਤੇ ਮੇਰੀ ਵੱਡੀ ਭੈਣ ਵੀ ਹੈ, ਬਹੁਤ ਸਤਿਕਾਰ ਹੈ ਮੇਰੇ ਦਿਲ 'ਚ। ਉਹ ਇੱਕ ਸੈੱਟ ਤੇ ਬੈਠੇ ਸੀ, ਜਿਹੜੀ ਤੁਸੀਂ ਵਾਇਰਲ ਦੀ ਗੱਲ ਕਰਦੇ ਹੋ, ਉਹ ਕਈ ਵਾਰੀ ਪੁਰਾਣੀਆਂ ਯਾਦਾਂ ਬਲਬਲੇ ਹੁੰਦੇ ਨੇ, ਤੇ ਉਹ ਮੈਂ ਪਤਾ ਨਹੀਂ ਕਿਹੜੇ ਮੂਡ 'ਚ ਬੈਠੀ ਸੀ, ਤਾਂ ਉਹ ਜਦੋਂ ਮੈਂ ਕੁਛ ਗੁਣਗੁਣਾਉਣ ਲੱਗ ਗਈ ਤਾਂ ਰਿਸ਼ੀ ਭੈਣ ਜੀ ਕਹਿੰਦੇ, ਹਾਂ ਗੁਰਪ੍ਰੀਤ ਵੀ ਇਹ ਤਾਂ ਬਹੁਤ ਵਧੀਆ ਹੈ, ਬਹੁਤ ਵਧੀਆ ਗੀਤ, ਆਪਾਂ ਗਾਈਏ, ਸਾਨੂੰ ਵੀ ਸੁਣਾਓ, ਅਸੀਂ ਵੀ ਕਹੀਏ ਬਹੁਤ ਵਧੀਆ। ਨਹੀਂ, ਉਹ ਦੇਖੋ ਗਲੇ ਦਾ ਬੁਰਾ ਹਾਲ ਹੈ, ਪਰ ਜਦ ਥੋੜਾ ਹੁਕਮ ਹੈ ਤਾਂ ਉਹ ਇੱਕ ਧੀਆਂ ਦੀ ਵੇਦਨਾ ਹੈ ਨਾ। ਤੇ ਇੱਕ ਸਹੇਲੀ ਦੂਜੀ ਨੂੰ ਪੁੱਛਦੀ ਹੈ, ਹਰੀਏ ਕੋਲੇ ਨੀ ਪੀੜੀਏ ਕੋਲੇ ਪੈਣੇ, ਨੀ ਪੀੜੀਏ ਕੋਲੇ ਪੈਣੇ, ਕਿਸ ਵਿਧ ਹੋ ਗਏ ਨੀ ਰੰਗ ਕਾਲੇ, ਨਿੱਕੇ ਹੁੰਦਿਆਂ ਦੇ ਨੀ ਮਾਪੇ ਵਿਛੜੇ ਸਈਓ, ਨੀ ਮਾਪੇ ਵਿਛੜੇ ਸਈਓ, ਇਸ ਵਿਧ ਹੋ ਗਏ ਨੀ ਰੰਗ ਕਾਲੇ। ਬਹੁਤ ਵਧੀਆ। ਇਹ ਜੋ ਵਿਸਰਿਆ ਹੋਇਆ ਸਾਡਾ ਹੈ ਨਾ ਵਿਰਸਾ, ਇਹ ਤੁਹਾਡੇ ਵਰਗੇ ਜੇ ਨਹੀਂ ਸਾਨੂੰ ਦੱਸਣਗੇ ਤਾਂ ਫਿਰ ਵਿਸਰੇ ਰਹਿ ਜਾਏਗਾ। ਇਸ ਕਰਕੇ ਮੈਂ ਗੁਜ਼ਾਰਿਸ਼ ਕੀਤੀ ਸੀ ਕਿ ਸਾਡੇ ਦਰਸ਼ਕਾਂ ਨਾਲ ਜ਼ਰੂਰ। ਹਾਂ, ਮੈਨੂੰ ਲੱਗਦਾ ਹੈ ਸਾਡੇ ਬੱਚਿਆਂ ਨੂੰ, ਸਾਡੇ ਬੱਚੀਆਂ ਨੂੰ, ਭਾਵੇਂ ਦੇਖੋ ਪੀੜ੍ਹੀ ਦਰ ਪੀੜ੍ਹੀ ਸਾਰਾ ਕੁਝ ਚੇਂਜ ਹੁੰਦਾ, ਪਰ ਜਿੰਨੀ ਦੇਰ ਅਸੀਂ ਆਪਦੇ ਪਿਛਲੇ ਨਾਲ ਜੁੜ ਕੇ ਅੱਗੇ ਨਹੀਂ ਵੱਧਦੇ, ਉਹ ਵੀ ਖਤਮ ਹੋ ਜਾਂਦਾ। ਅੱਛਾ, ਮੈਂ ਆਪਣੇ ਦਰਸ਼ਕਾਂ ਨੂੰ ਇਹ ਜ਼ਰੂਰ ਦੱਸਣਾ ਚਾਹਾਂਗਾ ਕਿ ਇਹਨਾਂ ਦੀ ਸ਼ਖਸੀਅਤ ਦੇ ਬਹੁਤ ਗੁੱਝੇ ਪਹਿਲੂ ਨੇ, ਜਿਹਦੇ ਵਿੱਚ ਇਹਨਾਂ ਨੇ ਆਪਣੀ ਪ੍ਰਾਪਰਟੀ ਦਾ ਵੀ ਕਾਫੀ ਹਿੱਸਾ ਜਿਹੜਾ ਉਹ ਡੋਨੇਟ ਕੀਤਾ ਹੋਇਆ। ਇਹ ਛੋਟੇ ਬੱਚਿਆਂ ਨੂੰ ਫੀਸ ਵੀ ਉਹਨਾਂ ਦੀ ਅਦਾ ਕਰਦੇ ਨੇ, ਉਹਨਾਂ ਨੂੰ ਪੜ੍ਹਾਉਣ ਦੇ ਵਿੱਚ ਵੀ ਬਹੁਤ ਮਦਦ ਕਰਦੇ ਨੇ, ਔਰ ਉਹਦੇ ਨਾਲ ਸਭ ਤੋਂ ਜਿਹੜਾ ਉੱਪਰ ਮੈਂ ਕਹਿੰਦਾ ਵੀ ਉਹ ਵੀ ਬਹੁਤ ਕਮਾਲ ਦਾ ਹੈ, ਜਿਹੜਾ ਮੈਨੂੰ ਬਹੁਤ ਮੁਤਾਸਿਰ ਕਰਦਾ ਹੈ ਕਿ ਤੁਸੀਂ ਦੋਨਾਂ ਨੇ, ਮਤਲਬ ਹਸਬੈਂਡ ਵਾਈਫ ਦੋਨਾਂ ਨੇ ਨਾ ਆਪਣੀ ਬਾਡੀ ਡੋਨੇਟ ਕੀਤੀ ਹੋਈ ਹੈ। ਇੰਨਾ ਜਿਗਰਾ ਤੁਸੀਂ ਕਿੱਦਾਂ ਕਰਦੇ ਹੋ? ਇਹ ਕਿੱਥੋਂ ਪ੍ਰੇਰਣਾ ਮਿਲਦੀ ਤੁਹਾਨੂੰ? ਦੇਖੋ, ਜਦੋਂ ਗੁਰਵਿੰਦਰ ਤੁਸੀਂ ਸਾਰੀ ਦੁਨੀਆ ਦਾ ਦਰਦ ਆਪਣੇ ਅੰਦਰ ਲੈ ਕੇ ਬੈਠੇ ਹੁੰਦੇ ਹੋ, ਜਾਂ ਮੈਂ ਉਹੀ ਗੱਲ ਕਰਦੀ ਹਾਂ ਕਿ ਭਾਜੀ ਦੀ ਸੋਚ ਨੂੰ ਲੈ ਕੇ ਜਿਹੜਾ ਮੈਂ ਰੰਗਮੰਚ ਕੀਤਾ, ਉਦੋਂ ਐਂ ਲੱਗਦਾ ਹੁੰਦਾ ਕਿ ਮੈਂ ਤੇ ਦੁਨੀਆ ਵੱਖਰਾ ਕੀ। ਤੇ ਫਿਰ ਇੱਕ ਅਧਿਆਪਨ ਕੀਤਾ ਜਿਹਦੇ ਵਿੱਚ ਮੈਨੂੰ ਲੱਗਦਾ ਹੁੰਦਾ ਸੀ ਕਿ ਬਹੁਤ ਸਾਰੇ ਬੱਚੇ ਇਹੋ ਜਿਹੇ ਹੈ ਜਿਹੜੇ ਪੜ੍ਹਨਾ ਚਾਹੁੰਦੇ ਨੇ, ਪਰ ਉਹ ਪੜ੍ਹ ਨਹੀਂ ਪਾ ਰਹੇ ਸਿਰਫ ਇੱਕ ਫੀਸ ਕਰਕੇ। ਤੇ ਮੈਂ ਇਹਦਾ ਸਿਹਰਾ ਮੇਰੇ ਹਸਬੈਂਡ ਸਰਦਾਰ ਸਵਰਨ ਸਿੰਘ ਭੰਗੂ ਜੀ ਹੁਣਾਂ ਨੂੰ ਦਿੰਦੀ ਹਾਂ। 1983 ਦੇ ਵਿੱਚ ਸਾਡੀ ਮੈਰਿਜ ਹੋਈ। ਸਾਡੀ ਮੈਰਿਜ ਵੀ ਕੁਛ ਇਸ ਤਰੀਕੇ ਨਾਲ ਹੋਈ ਕਿ ਕੁਛ ਵਿਚਾਰਾਂ ਦੇ ਆਧਾਰ ਤੇ, ਜਿਹਨੂੰ ਲੋਕੀ ਅੱਜ ਬਹੁਤ ਕੁਛ ਕਹਿ ਰਹੇ ਆ ਕਿ ਸਾਡੀ ਲਵ ਮੈਰਿਜ ਹੋ ਗਈ, ਪਰ ਜਦੋਂ ਉਹਨਾਂ ਦੇ ਅੱਗੇ ਕੋਈ ਨਿਸ਼ਾਨਾ ਨਹੀਂ ਹੁੰਦਾ ਤਾਂ ਮੈਂ ਟੁੱਟਦੇ ਰਿਸ਼ਤੇ ਦੇਖੇ ਨੇ। ਤੇ ਜਦੋਂ ਸਾਡੀ ਸੋਚ ਦਾ ਆਧਾਰ ਇਸ ਤਰੀਕੇ ਦਾ ਹੋਵੇ, ਫਿਰ ਇਹ ਕੋਈ ਬਹੁਤੀਆਂ ਵੱਡੀਆਂ ਗੱਲਾਂ ਨਹੀਂ। ਤੇ ਮੈਂ ਇਹਨਾਂ ਦਾ ਸਿਹਰਾ ਉਹਨਾਂ ਨੂੰ ਦਿੰਦੀ ਹਾਂ। ਪਰ ਇਹ ਮੈਂ ਜ਼ਰੂਰ ਕਹਿੰਦੀ ਹਾਂ ਕਿ ਜਿਸ ਘਰ ਦੇ ਵਿੱਚ ਵਾਈਫ ਔਰ ਹਸਬੈਂਡ ਦੋਨਾਂ ਦੀ ਸੋਚ ਮਿਲਦੀ ਹੋਵੇ, ਉਹਨਾਂ ਦੇ ਇੱਕ ਨਿਸ਼ਾਨੇ ਬਣ ਜਾਂਦੇ ਨੇ, ਤੇ ਉਹਨਾਂ ਦੀ ਜ਼ਿੰਦਗੀ ਦੇ ਜਿਉਣ ਦਾ ਜਿਹੜਾ ਮਕਸਦ ਆ ਕੁਛ ਹੋਰ ਹੀ ਹੋ ਜਾਂਦਾ। ਕੁਛ ਇਹੋ ਜਿਹਾ ਮਕਸਦ ਸਾਡੀ ਜ਼ਿੰਦਗੀ ਦਾ ਵੀ ਹੈ। ਦੇਖੋ, ਸਬੱਬ ਨਾਲ ਮੈਂ ਫਿਲਮ ਜਗਤ ਦੇ ਵਿੱਚ ਆ ਗਈ, ਕੋਈ ਮੇਰਾ ਨਿਸ਼ਾਨਾ ਨਹੀਂ ਸੀ। ਕੋਈ ਤੁਹਾਨੂੰ ਮੈਂ ਐਵੇਂ ਕਹਾਂ ਕਿ ਮੇਰਾ ਬਹੁਤ ਉੱਚਾ ਇਹ ਨਿਸ਼ਾਨਾ ਸੀ, ਪਰ ਮੈਨੂੰ ਇਹ ਲੱਗਦਾ ਕਿ ਪਿਛਲਾ ਜਿਹੜਾ ਰੰਗਮੰਚ ਲਈ ਹਾਰਡ ਵਰਕ ਕੀਤਾ ਸੀ, ਉਹਨੂੰ ਕਦੇ ਕੁਛ ਦੇਖ ਕੇ ਕੁਛ ਡਾਇਰੈਕਟਰ ਜਿਹਦੇ ਨੇ ਧਿਆਨ ਵਿੱਚ ਆਇਆ ਤੇ ਕਲਿੱਕ ਕਰ ਗਿਆ। ਜਿਵੇਂ ਜਤਿੰਦਰ ਮੌਰ ਦਾ ਮੈਂ ਜ਼ਰੂਰ ਨਾਂ ਲਊਂਗੀ, ਮਿੱਟੀ ਫਿਲਮ ਦੇ ਵਿੱਚ ਬੜਾ ਅੱਛਾ ਕਰੈਕਟਰ ਕਰਾਇਆ ਜਗਦੀਪ ਸਿੱਧੂ ਹੋਣਾ ਨੇ, ਗਿੱਪੀ ਗਰੇਵਾਲ ਹੋਣਾ ਨੇ। ਤੇ ਉਹਦੇ ਵਿੱਚੋਂ ਹੀ ਕੁਛ ਮੈਨੂੰ ਇਹ ਲੱਗਿਆ ਕਿ ਕੋਈ ਇਹੋ ਜਿਹਾ ਸਮਾਂ ਸੀ ਜਦੋਂ ਮੇਰੀ ਕੋਈ ਕਮਾਈ ਦਾ ਸਾਧਨ ਨਹੀਂ ਸੀ,
ਭੰਗੂ ਸਾਹਿਬ ਵੀ ਕੋਈ ਸਰਕਾਰੀ ਜੌਬ ਨਹੀਂ ਸੀ ਕਰਦੇ ਤੇ ਚੱਲਦੇ ਬਸ ਮੈਂ ਸਪੋਰਟਸ ਦੇ ਵਿੱਚ ਸੀ ਤੇ ਜਦੋਂ ਮੈਂ ਗਵਰਨਮੈਂਟ ਜੌਬ 'ਚ ਆ ਗਈ ਤਾਂ ਮੈਨੂੰ ਇਹ ਲੱਗਿਆ ਕਿਉਂਕਿ ਸਾਡਾ ਜਿਹੜਾ ਰਹਿਣ ਦਾ ਜਿਹੜਾ ਢੰਗ ਆ ਉਹ ਬੜਾ ਸਧਾਰਨ ਹੈ, ਕੋਈ ਇੱਦਾਂ ਨਹੀਂ ਕਿ ਅਸੀਂ ਬਹੁਤ ਹਾਈ ਫਾਈ ਤਰੀਕੇ ਨਾਲ ਜ਼ਿੰਦਗੀ ਜਿਉ ਰਹੇ ਹਾਂ, ਪਰ ਆਨੰਦ ਦੂਜੇ ਪਾਸੋਂ ਲੈ ਰਹੇ ਹਾਂ ਤੇ ਉਹ ਮੌਕਾ ਮੇਲ ਬਣ ਗਿਆ ਤੇ ਉਹਦੇ ਵਿੱਚੋਂ ਮੈਨੂੰ ਲੱਗਦਾ ਕਿ ਬਹੁਤ ਦੁਨੀਆ ਸਾਡੇ ਤੋਂ ਉੱਚੀ ਬੈਠੀ ਹੈ ਜਿਹੜੀ ਬਹੁਤ ਕੁਛ ਦਾਨ ਕਰਦੀ ਹੈ, ਡੋਨੇਟ ਕਰਦੀ ਹੈ। ਅਸੀਂ ਤਾਂ ਕੁਛ ਵੀ ਨਹੀਂ ਇਹ ਕੀਤਾ, ਪਰ ਆਪਦੀ ਰੂਹ ਨੂੰ ਸਕੂਨ ਜ਼ਰੂਰ ਹੈ ਤੇ ਉਹ ਤੁਹਾਡੀ ਗੱਲ ਸੱਚੀ ਹੈ। ਜ਼ਿਆਦਾ ਪ੍ਰਾਪਰਟੀ ਵਾਲੀ ਗੱਲ ਤਾਂ ਕੁਛ ਵੀ ਹੈ ਨਹੀਂ ਤੇ ਮੈਂ ਇੱਥੇ ਆਪਦਾ ਨਾਂ, ਆਪਦਾ ਬੇਟਾ, ਮੇਰੀ ਨੂੰਹ ਪੂਨਮਦੀਪ ਜਾਂ ਮੇਰੇ ਬੱਚੇ ਜ਼ਰੂਰ ਉਹਨਾਂ ਨੂੰ ਵੀ ਜਾਂਦਾ ਕਿਉਂਕਿ ਉਹਨਾਂ ਨੇ ਕਦੇ ਇਹ ਕੀਤਾ ਹੀ ਨਹੀਂ ਕਿ ਵੀ ਮੰਮੀ, ਕਿਉਂਕਿ ਬੱਚਿਆਂ ਨੂੰ ਬਹੁਤ ਹੁੰਦਾ ਕਿ ਤੁਸੀਂ ਇਹ ਕੀ ਕਰਤਾ ਤੇ ਉਹਨਾਂ ਨੂੰ ਲੱਗਦਾ ਕਿ ਤੁਹਾਡੀ ਕਮਾਈ ਸੀ, ਤੁਸੀਂ ਐਦਾਂ ਕਰ ਰਹੇ ਹੋ ਤੇ ਬਹੁਤ ਚੰਗੀ ਗੱਲ ਹੈ। ਇਹ ਆਪਣੇ ਰੂਹ ਨੂੰ ਸਕੂਨ ਦੇਣ ਵਾਲੀ ਗੱਲ ਹੈ, ਕੋਈ ਬਹੁਤਾ ਵੱਡਾ ਮਾਰਕਾ ਨਹੀਂ ਮਾਰਿਆ। ਪਰ ਫਿਰ ਵੀ ਜਿਹੜਾ ਇੰਸਟੀਚਿਊਟ ਵਾਲੀ ਗੱਲ ਹੈ, ਸਾਡੇ ਇਲਾਕੇ ਦੇ ਵਿੱਚ ਬਸੀ ਗੁਜਰਾਂ ਦੇ ਵਿੱਚ RICC ਨਾਂ ਦੇ ਤੌਰ ਤੇ ਜਿਹੜੀ ਇੱਕ ਇੰਸਟੀਚਿਊਟ ਚੱਲ ਰਿਹਾ, ਭੰਗੂ ਸਾਹਿਬ ਉਸ ਦੇ ਡਾਇਰੈਕਟਰ ਨੇ, ਮੈਂ ਉਹਦੇ ਨਾਲ ਜੁੜੀ ਹੋਈ ਹਾਂ। ਹੁਣ ਇੱਕ ਵਿੰਗ ਹੋਰ ਵੀ ਬਣਾ ਲਿਆ। ਉੱਥੇ ਇਹੋ ਜਿਹੇ ਬੱਚੇ ਬਹੁਤ ਪੜ੍ਹ ਰਹੇ ਨੇ, 100-150, ਜਿਹੜੇ ਬੱਚੇ ਫੀਸਾਂ ਨਹੀਂ ਦੇ ਸਕਦੇ, ਆਪਣੀ ਜ਼ਿੰਦਗੀ ਦੇ ਨਿਸ਼ਾਨਿਆਂ ਵੱਲ ਵਧ ਰਹੇ ਨੇ। ਉਹ ਸਾਨੂੰ ਸਕੂਨ ਦਿੰਦਾ। ਮੈਨੂੰ ਇਹ ਲੱਗਦਾ ਕਿ ਇੱਕ ਬੰਦੇ ਦਾ ਧਰਮ ਵੀ ਇਹੀ ਹੈ, ਹੋਰ ਧਰਮ ਕੋਈ ਇਹ ਨਹੀਂ ਹੈਗਾ ਕਿ ਕਿਤੇ ਗੁਰਦੁਆਰਿਆਂ 'ਚ ਜਾਂ ਮੰਦਰਾਂ ਮਸੀਤਾਂ 'ਚ ਤੁਹਾਡਾ ਇਹ ਕਰਮ ਹੈ, ਤੁਸੀਂ ਕਰਮ ਕਰਦੇ ਜਾਓ ਤੇ ਰੂਹ ਨੂੰ ਸਕੂਨ ਦਿੰਦਾ। ਇਸ ਕਰਕੇ ਤੁਹਾਨੂੰ ਇਹ ਗੱਲ ਇਸ ਤਰੀਕੇ ਨਾਲ ਅੱਜ ਤੁਸੀਂ ਉਭਾਰੀ ਹੈ ਤਾਂ ਮੈਂ ਇਹਦਾ ਜਵਾਬ ਦਿੱਤਾ ਹੈ। ਤੇ ਜਿੱਥੋਂ ਤੱਕ ਰਹੀ ਬੋਡੀ ਡੋਨੇਟ ਵਾਲੀ ਗੱਲ, ਤੇ ਉਹ ਵੀ ਮੈਨੂੰ ਐਂ ਲੱਗਿਆ ਸੀ ਕਿ ਜਦੋਂ ਤੁਸੀਂ ਮਾਰੀ ਗਏ ਤੇ ਤੁਸੀਂ ਜਿੰਦਾ ਕਿਵੇਂ ਰਹਿੰਦੇ ਹੋ। ਰੰਗ ਕਰਮੀ ਹੈ, ਜਿਹੜੇ ਕਲਾਕਾਰ ਹੈ, ਮੈਨੂੰ ਇਹ ਲੱਗਦਾ ਸਦਾ ਹੀ ਜਿਉਂਦੇ ਰਹਿੰਦੇ ਆ। ਪਰ ਇੱਕ ਆ ਵੀ ਹੈ ਕਿ ਤੁਹਾਡੀ ਬੋਡੀ ਦਾ ਕੋਈ ਹਿੱਸਾ ਕਿਸੇ ਦੇ ਕੰਮ ਆਉਂਦਾ ਤਾਂ ਉਹ ਵਧੀਆ ਗੱਲ ਹੈ। ਤਾਂ ਉੱਥੋਂ ਇੱਕ ਫੁਰਨਾ ਫੁਰਿਆ ਤੇ ਮੈਨੂੰ ਇਹ ਲੱਗਿਆ ਕਿ ਕੋਈ ਅਸੀਂ ਆਪਸ ਵਿੱਚ ਰਹਿ ਨਹੀਂ ਕਰੀ। ਮੈਂ ਇੱਕ ਫਾਰਮ ਭਰਿਆ ਤੇ ਮੈਨੂੰ ਚੰਗਾ ਲੱਗਿਆ ਕਿ ਭੰਗੂ ਸਾਹਿਬ ਉਦੋਂ ਪਹਿਲਾਂ ਫਾਰਮ ਭਰ ਚੁੱਕੇ ਸੀ ਤੇ ਅਸੀਂ ਉਹਦੇ ਤੇ ਸਾਈਨ ਕੀਤੇ ਤੇ ਹੋ ਗਿਆ। ਤੇ ਹੁਣ ਤਾਂ ਬਹੁਤ ਲੋਕ ਆਪਦੀ ਬੋਡੀ ਡੋਨੇਟ ਕਰ ਰਹੇ ਨੇ। ਅਸੀਂ 2010 ਦੇ ਵਿੱਚ ਇਹ ਬੋਡੀ ਡੋਨੇਟ ਕੀਤੀ ਸੀ PGI ਨੂੰ। ਤੇ ਮੈਨੂੰ ਇਹ ਲੱਗਦਾ ਕਿ ਮਰਨ ਤੋਂ ਬਾਅਦ ਵੀ ਕੋਈ ਸਰੀਰ ਦਾ ਹਿੱਸਾ ਤੁਹਾਡਾ ਕਿਸੇ ਦੇ ਕੰਮ ਆਉਂਦਾ ਤਾਂ ਵਧੀਆ ਗੱਲ ਹੈ। ਇਹਨਾਂ ਗੱਲਾਂ ਦੇ ਨਾਲ ਨਾ ਬਹੁਤ ਸਾਰੇ ਸਾਡੇ ਦਰਸ਼ਕਾਂ ਦੇ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਗੂਸ ਬੰਪਸ ਜਾਂ ਅਸੀਂ ਪੰਜਾਬੀ 'ਚ ਕਹਿ ਲੈਂਦੇ ਵੀ ਲੂੰ ਕੰਡੇ ਖੜੇ ਹੋ ਜਾਂਦੇ ਆ, ਸੱਚਮੁੱਚ ਹੋ ਜਾਂਦੇ ਆ ਕਿ ਸਾਡੇ ਕੋਲ ਇਹੋ ਜਿਹੀਆਂ ਰੂਹਾਂ ਵੀ ਨੇ ਜੋ ਇੰਨੀ ਗਹਿਰਾਈ ਦੇ ਵਿੱਚ ਸੋਚਦੀਆਂ ਨੇ। ਔਰ ਇਹ ਸੋਚ ਜਿਹੜੀ ਹੈ, ਇਸ ਸੋਚ ਦੇ ਬਾਰੇ ਹੀ ਸਾਨੂੰ ਸੁਣਨ ਨੂੰ ਮਿਲਦਾ ਹੈ ਕਿ इबादत के लिए काफ़ी नहीं तस्बीह घुमा देना, किसी मंदिर या मस्जिद में पहुंच के सर झुका देना। इबादत है किसी बेआसरे को आसरा देना, इबादत है किसी भूखे को 2 रोटी खिला देना, इबादत है किसी मकरूज़ का कर्जा चुका देना। सो ਜਿਹੜੀ ਤੁਸੀਂ ਇਹ ਇਬਾਦਤ ਕਰ ਰਹੇ ਹੋ, ਇਹ ਸਿਰ ਝੁਕਦਾ ਹੈ ਸਾਡਾ ਜਦੋਂ ਅਸੀਂ ਜਾਣੇ। ਅੱਜ ਅਸੀਂ ਭੰਗੂ ਹੋਣਾ ਨੂੰ ਕਿਸੇ ਹੋਰ ਹੀ, ਗੁਰਪ੍ਰੀਤ ਜੀ ਨੂੰ ਕਿਸੇ ਹੋਰ ਹੀ ਰੂਪ 'ਚ ਦੇਖਦੇ ਹਾਂ। ਬਿਲਕੁਲ। ਪਰ ਜਦੋਂ ਤੁਸੀਂ ਬਾਹਰ ਵਿਚਰਦੇ ਹੋ ਤਾਂ ਲੋਕੀ ਤੁਹਾਡੇ ਉਸੇ ਅਕਸ ਨਾਲ ਜੁੜੇ ਹੋਏ ਨੇ ਕਿ ਜਿਹਦੇ 'ਚ ਬਹੁਤ ਇੱਕ ਕਰਖਤ ਔਰਤ ਹੈ ਔਰ ਜਿਹਨੇ ਪਤਾ ਨਹੀਂ ਅੱਖਾਂ ਦੇ ਨਾਲ ਹੀ ਸਾਨੂੰ ਖਾ ਜਾਣਾ ਹੈ। ਤੇ ਵਾਕਈ ਉਹ ਡਰ ਤੁਸੀਂ ਮਹਿਸੂਸ ਕਰਦੇ ਹੋ ਕਿ ਲੋਕਾਂ 'ਚ ਉਹ ਡਰ ਹੁੰਦਾ ਹੈ ਜਦੋਂ ਤੁਹਾਡੇ ਨਾਲ ਉਹ ਗੱਲਬਾਤ ਕਰਦੇ ਨੇ? ਬਿਲਕੁਲ ਹੁੰਦਾ। ਕਈ ਵਾਰੀ ਤਾਂ ਨਾ ਕੋਈ ਜਿਵੇਂ ਕਿਸੇ ਨੇ, ਅੱਜ ਵੀ ਅਸੀਂ ਤੁਰੇ ਆ ਰਹੇ ਸੀਗੇ, ਮੈਨੂੰ ਮਾਣ ਵੀ ਮਹਿਸੂਸ ਹੋਇਆ। ਇੱਕ ਬੱਚਾ ਸੈਰ ਕਰ ਰਿਹਾ ਸੀ ਇੱਥੇ ਤੁਹਾਡੇ ਸਾਹਮਣੇ ਦੂਰਦਰਸ਼ਨ ਦੇ ਬਾਹਰ ਹੀ, ਤੇ ਉਹਨੇ ਇੱਦਾਂ ਦੇਖਿਆ ਮੈਨੂੰ ਤੇ ਦੌੜ ਕੇ ਆਇਆ, ਉਹ ਆਂਟੀ ਐਂ ਜੇ ਹੋ ਗਿਆ। ਮੈਂ ਕਿਹਾ ਬੇਟਾ ਹਾਂ। ਕਹਿੰਦਾ ਮੈਂ ਤੁਹਾਡੀਆਂ ਬਹੁਤ ਫਿਲਮਾਂ ਦੇਖਦਾ ਜੀ। ਮੈਂ ਕਿਹਾ ਬੱਚੇ ਫੇਰ? ਕਹਿੰਦਾ ਮੇਰੀ ਮਾਂ ਤੁਹਾਡੀ ਬਹੁਤ ਫੈਨ ਹੈ। ਤੇ ਮੈਂ ਕਿਹਾ ਤੂੰ ਕਿਉਂ ਡਰਿਆ ਹੋਇਆ? ਤੇ ਮੈਨੂੰ ਲੱਗਿਆ, ਤੇ ਉਹਦੇ ਕੋਲੇ ਫੋਨ ਨਹੀਂ ਸੀ ਤੇ ਮੈਨੂੰ ਮਹਿਸੂਸ ਹੋਇਆ ਕਿ ਇੱਕ ਪਿਕ ਕਰਾਉਣੀ ਚਾਹੁੰਦਾ ਤੇ ਲੱਗਦਾ। ਪਰ ਜਦੋਂ ਕੋਈ ਬੰਦਾ ਮੇਰੇ ਨਾਲ ਖੁੱਲਦਾ ਉਹਨੂੰ ਸਾਰਾ ਕਲੀਅਰ ਹੋ ਜਾਂਦਾ। ਤੇ ਗੁਰਵਿੰਦਰ, ਮੈਂ ਇੱਕ ਗੱਲ ਹੋਰ ਦੱਸਣੀ ਚਾਹੂੰ, ਜਿਹੜਾ ਜਿੱਥੋਂ ਅਸੀਂ ਸਿੱਖ ਕੇ ਉਸ ਭਾਜੀ ਤੋਂ, ਗੁਰਸ਼ਰਨ ਭਾਜੀ ਤੋਂ, ਕਿ ਜੇ ਤੁਸੀਂ ਸਾਹਮਣੇ ਤੁਹਾਡੀ ਟੇਬਲ ਤੇ ਜਿਹੜਾ ਮੁੰਡੂ ਤੁਹਾਨੂੰ ਰੋਟੀ ਖਵਾ ਰਿਹਾ, ਜੇ ਤੁਹਾਡੇ ਅੰਦਰ ਇਹ ਸਵਾਲ ਨਹੀਂ ਉੱਠਦਾ ਕਿ ਇਹ ਪੜ੍ਹਿਆ ਕਿਉਂ ਨਹੀਂ, ਇਹਦੀ ਉਮਰ ਪੜ੍ਹਨ ਦੀ ਸੀ, ਇਹ ਅੱਜ ਸਾਡੇ ਸਾਹਮਣੇ ਟੇਬਲ ਤੇ ਰੋਟੀ ਰੱਖ ਰਿਹਾ ਹੈ, ਤੇ ਉਹਦੇ ਪ੍ਰਤੀ ਤੁਹਾਡੇ ਅੰਦਰ ਕੋਈ ਖਿਆਲ ਨਹੀਂ, ਤਾਂ ਰੰਗਮੰਚ, ਜਿਹੜਾ ਰੰਗਮੰਚ ਗੁਰਪ੍ਰੀਤ ਤੁਸੀਂ ਕਰ ਰਹੇ ਹੋ ਜਾਂ ਅਸੀਂ ਕਰ ਰਹੇ ਹਾਂ, ਉਹਦਾ ਕੋਈ ਫਾਇਦਾ ਨਹੀਂ। ਤੇ ਉਹ ਦਰਦ ਅੱਜ ਵੀ ਸਾਡੇ ਅੰਦਰ ਹੈ, ਭਾਵੇਂ ਫਿਲਮਾਂ ਕਰ ਰਹੀਆਂ, ਭਾਵੇਂ ਕਿਸੇ ਹੋਰ ਮੁਕਾਮ ਤੇ ਪਹੁੰਚ ਗਈਆਂ, ਭਾਵੇਂ ਸਕੂਲ ਦੇ ਵਿੱਚ ਸੀ। ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚ ਵੀ ਮੈਂ ਕਾਫੀ ਸਖਤ ਟੀਚਰ ਸੀ,
ਪਰ ਇੱਕ ਗੱਲ ਦਾ ਮਾਣ ਜਾਂਦਾ ਕਿ ਜਦੋਂ ਕੋਈ ਬੱਚੇ ਦੀ ਪ੍ਰੋਬਲਮ ਹੁੰਦੀ ਸੀ ਉਹ ਬੱਚਾ ਮੇਰੇ ਕੋਲੇ ਆ ਕੇ ਆਪਦੀ ਪ੍ਰੋਬਲਮ ਜ਼ਰੂਰ ਦੱਸਦਾ ਸੀ। ਤੇ ਹੁਣ ਵੀ ਉਹ ਬੱਚੇ ਕਦੇ ਕਦਾਈ ਫੋਨ ਕਰਦੇ ਰਹਿੰਦੇ ਨੇ, ਕਦੇ ਕਦੇ ਕਈ ਬੱਚੇ ਇਹੋ ਜਿਹੇ ਵੀ ਹੈ ਮੇਰੀ ਨਿਗਾਹ 'ਚ, ਮੈਨੂੰ ਲੱਗਦਾ ਕਿ ਨਾਂ ਨਹੀਂ ਲੈਣਾ ਚਾਹੀਦਾ ਕਿਉਂਕਿ ਬੱਚੇ ਨਾ ਕਈ ਵਾਰ ਇਹ ਫੀਲ ਕਰ ਜਾਂਦੇ ਆ ਸ਼ਾਇਦ ਸਾਡੀ ਗਰੀਬੀ ਹੈ, ਤੇ ਉਹ ਸਾਂਝਾ ਕਰਦੇ ਆ ਕਿ ਮੈਡਮ ਮੈਂ ਨਾ ਇਹ ਕਲਾਸ ਕਰਨੀ ਹੈ ਤੇ ਮੈਂ ਤੁਹਾਡੇ ਕੋਲੇ ਆਉਣਾ ਹੈ ਤੇ ਮੇਰੇ ਨਾ ਫੀਸ ਦਾ ਕੋਈ ਚੱਕਰ ਹੈ। ਤੇ ਉਦੋਂ ਸਾਡਾ ਸਿਰ ਵੀ ਝੁਕਦਾ ਤੇ ਸਾਨੂੰ ਮਾਣ ਵੀ ਮਹਿਸੂਸ ਹੁੰਦਾ ਕਿ ਜੇ ਅਸੀਂ ਅੱਜ ਇੰਨੇ ਜੋਗੇ ਹੋਏ ਆ ਤਾਂ ਅਸਲੀ ਇਨਸਾਨੀਅਤ ਇਹੀ ਹੈ ਕਿ ਅਸੀਂ ਗੁਰਦੁਆਰੇ ਮੰਦਿਰ ਦੇ ਵਿੱਚ 1 ਰੁਪਈਆ ਮੱਥਾ ਟੇਕਣ ਦੀ ਬਜਾਏ ਜੇ ਅਸੀਂ ਉਸ ਬੱਚੇ ਦੀ ਹੈਲਪ ਕਰ ਦਿੰਦੇ ਹਾਂ ਤਾਂ ਸ਼ਾਇਦ ਉਹਦੇ ਅੰਦਰ ਮੈਨੂੰ ਲੱਗਦਾ ਕਿ ਰੱਬ ਹੈ, ਉਹੀ ਬੱਚਾ ਹੀ ਰੱਬ ਹੈ। ਉਹ ਕਿਤੇ ਨਾ ਕਿਤੇ ਜਾ ਕੇ ਜਦੋਂ ਕਿਸੇ ਮੁਕਾਮ ਤੇ ਪਹੁੰਚਦਾ ਤਾਂ ਸਾਡੀ ਜਿਹੜੀ ਇਹ ਕਰਮ ਹੈ ਆਪਣੇ ਆਪ ਸਫਲ ਹੋ ਜਾਂਦਾ। ਇਨਸਾਨ ਹੋਣ ਦੀ ਤੁਸੀਂ ਗੱਲ ਕੀਤੀ, ਬਹੁਤ ਵੱਡੀ ਗੱਲ ਹੈ ਇਹ। ਬੜਾ ਵੱਡਾ ਇੱਕ ਪ੍ਰਸ਼ਨ ਚਿੰਨ੍ਹ ਲੱਗਦਾ ਸਾਡੇ ਸਾਰਿਆਂ ਦੇ ਉੱਤੇ ਕਿ ਕੀ ਵਾਕਈ ਅਸੀਂ ਇਨਸਾਨ ਕਹਾਉਣ ਦੇ ਕਾਬਿਲ ਵੀ ਹਾਂ, ਸਾਡੀਆਂ ਹਰਕਤਾਂ ਉਹੋ ਜਿਹੀਆਂ ਹੈ ਨੇ। ਔਰ ਉਦੋਂ ਅਗਲੀ ਗੱਲ ਤੁਸੀਂ ਉਹਦੇ ਵਿੱਚ ਹੀ ਜੋੜ ਦਿੱਤੀ ਵੀ ਜਦੋਂ ਤੁਸੀਂ ਗੱਲ ਕਰਦੇ ਹੋ ਕਿ ਕਿਸੇ ਦੇ ਦੁੱਖ ਨੂੰ ਦੇਖ ਕੇ ਕਿ ਤੁਹਾਡਾ ਮਨ ਪਸੀਜਦਾ ਹੈ, ਇਹਨੂੰ ਅੰਗਰੇਜ਼ੀ ਦੇ ਵਿੱਚ ਐਮਪਥੀ, ਜਿਹਨੂੰ ਅਸੀਂ ਪੰਜਾਬੀ ਜਾਂ ਹਿੰਦੀ ਦੇ ਵਿੱਚ ਕਹਿ ਲੈਂਦੇ ਵੀ ਵੇਦਨਾ ਤੇ ਸੰਵੇਦਨਾ, ਵੀ ਕਿਸੇ ਦੇ ਭਾਵਾਂ ਦੇ ਨਾਲ ਉਹਦਾ ਦੁੱਖ ਮਹਿਸੂਸ ਕਰਨਾ, ਇਹ ਕਲਾਕਾਰਾਂ ਨੂੰ ਬਖਸ਼ ਹੁੰਦੀ ਹੈ ਕਿ ਉਹ ਕਿਸੇ ਦੇ ਵਹਿਣ ਦੇ ਵਿੱਚ ਬਹਿ ਜਾਂਦੇ ਨੇ। ਕਦੇ ਇਹੋ ਜਿਹਾ ਮੌਕਾ ਵੀ ਆਇਆ ਹੋਵੇ ਕਿ ਤੁਸੀਂ ਕਿਸੇ ਦੇ ਬਿਨਾਂ ਕਹੇ ਹੀ ਉਹਦਾ ਦਰਦ ਸਮਝ ਗਏ ਹੋਵੋ ਜਾਂ ਉਹਨੇ ਤੁਹਾਡਾ ਦਰਦ ਸਮਝ ਲਿਆ ਹੋਵੇ? ਜਦੋਂ ਮੈਂ ਪੜ੍ਹਾਉਂਦੀ ਸੀ ਨਾ ਗੁਰਵਿੰਦਰ, ਤੇ ਸਾਡੇ ਸਕੂਲ ਦੇ ਇੱਧਰਲੇ ਪਾਸੇ ਉਹ ਜਿਹੜੇ ਬਾਜੀਗਰਾਂ ਦੀਆਂ ਕੁੜੀਆਂ ਹੁੰਦੀਆਂ ਝੁੱਗੀਆਂ ਝੌਂਪੜੀਆਂ ਵਾਲੇ, ਉਹ ਉੱਥੇ ਉਹ ਕੁੜੀਆਂ ਕਿੰਨੀਆਂ ਪਿਆਰੀਆਂ ਹੁੰਦੀਆਂ ਹੁਸਨ ਦੇ ਪੱਖੋਂ, ਤੇ ਪਰ ਉਹਨਾਂ ਦੀਆਂ ਜਟੂਰੀਆਂ, ਉਹਨਾਂ ਦੇ ਚਿਹਰੇ ਦੇ ਉੱਤੇ ਮਤਲਬ ਮਿੱਟੀ ਘੱਟਾ। ਤੇ ਸਕੂਲ ਮੈਂ ਪਹੁੰਚ ਗਈ ਤੇ ਮੈਂ ਉਹ ਕੁੜੀ ਨੂੰ ਲਗਾਤਾਰ ਦੇਖ ਰਹੀ ਹਾਂ। ਮੈਂ ਕਹਾਂ ਵੀ ਹਾਏ, ਇਹ ਬੱਚਾ ਜੇ ਸਕੂਲ ਹੋਵੇ, ਇਹਦੇ ਉਹ ਵਰਦੀ ਪਾਈ ਹੋਵੇ, ਮੋਢੇ ਤੇ ਇਹਦੇ ਬੈਗ ਹੋਵੇ, ਚਾਈ ਚਾਈ ਸਕੂਲ ਆਉਂਦੀ ਹੋਵੇ, ਤਾਂ ਇਹ ਜਿਹੜਾ ਉਹਦੀ ਮਾਸੂਮੀਅਤ ਸੀ ਨਾ ਜਿਹੜੀ, ਉਹ ਮੇਰੇ ਅੰਦਰ ਅੱਜ ਤੱਕ ਵੀ ਯਾਦ ਹੈ। ਮੈਂ ਕੋਈ ਰਾਈਟਰ ਨਹੀਂ, ਮੈਂ ਕੋਈ ਸਾਹਿਤਕਾਰ ਨਹੀਂ, ਪਰ ਮੈਂ ਬੜਾ ਸਤਿਕਾਰ ਕਰਦੀ ਹਾਂ ਉਹਨਾਂ ਰਾਈਟਰਾਂ ਦਾ ਜਿਨ੍ਹਾਂ ਨੇ ਇੰਨਾ ਕੁਛ ਲਿਖਤਾ ਤੇ ਉਹਨਾਂ ਦਾ ਲਿਖਿਆ ਹੋਇਆ ਅਸੀਂ ਡਾਇਲੌਗ ਬੋਲਦੇ ਹਾਂ। ਤੇ ਜਦੋਂ ਮੈਂ ਸਕੂਲ ਪਹੁੰਚੀ ਤੇ ਪ੍ਰੇਅਰ ਦੇ ਵਿੱਚ ਨਾ ਹਮੇਸ਼ਾ ਕੁਛ ਨਾ ਕੁਛ ਮੈਨੂੰ ਕਿਹਾ ਜਾਂਦਾ ਸੀ ਕਿ ਭੰਗੂ ਮੈਡਮ ਤੁਸੀਂ 2 ਸ਼ਬਦ ਬੋਲ ਦਿਓ ਬੱਚਿਆਂ ਨੂੰ। ਤੇ ਉੱਥੇ ਮੇਰਾ ਕੁੜੀਆਂ ਦਾ ਸਕੂਲ ਸੀ, ਹਮੇਸ਼ਾ ਕੁੜੀਆਂ ਨੂੰ ਮੈਂ ਇਹੀ ਕਹਿੰਦੀ ਰਹਿੰਦੀ ਕਿ ਤੁਹਾਡੀ ਅੱਖ ਦੇ ਵਿੱਚ ਅੱਗ ਹੋਣੀ ਚਾਹੀਦੀ ਹੈ। ਕਦੇ ਤੁਸੀਂ ਇਹ ਨਾ ਸੋਚੋ ਵੀ ਅਸੀਂ ਅੱਗੇ ਕਿਵੇਂ ਵਧਣਾ ਹੈ। ਸਮਾਜ ਠੀਕ ਹੈ, ਸਮਾਜ ਦੇ ਵਿੱਚ ਬਹੁਤ ਕੁਛ ਔਰਤ ਨੂੰ ਸਹਿਣਾ ਪੈ ਰਿਹਾ, ਪਰ ਸਮਾਜ ਦੇ ਵਿੱਚ ਤੁਸੀਂ ਆਪਣੀ ਥਾਂ ਆਪ ਬਣਾਉਣੀ ਹੈ। ਤੇ ਮੈਂ ਉਦੋਂ ਕਿਹਾ ਕਿ ਅੱਜ ਮੈਂ ਸਕੂਲ ਨੂੰ ਆ ਰਹੀ ਸੀ, ਤੁਸੀਂ ਆਪਣੇ ਆਲੇ ਦੁਆਲੇ ਦੇਖ ਕੇ ਜ਼ਰੂਰ ਤੁਰਨਾ। ਤੇ ਮੈਂ ਉੱਥੋਂ ਦੀ ਲੰਘ ਵੀ ਜਾ ਸਕਦੀ ਸੀ ਕਿ ਮੈਂ ਇੱਕ ਟੀਚਰ ਹਾਂ, ਮੈਨੂੰ ਵਧੀਆ ਪੈਸੇ ਮਿਲਦੇ ਆ, ਮੈਂ ਆਪਦਾ ਸਕੂਲ ਭੱਜੀ ਜਾ ਰਹੀ ਹਾਂ, ਪਰ ਮੇਰੀਆਂ ਅੱਖਾਂ ਦੇ ਵਿੱਚ ਜਾਂ ਮੇਰੇ ਅੰਦਰ ਜਿਹੜਾ ਉਹ ਦਰਦ ਸੀ, ਤਾਂ ਮੈਂ ਉਹ ਜਾ ਕੇ ਬੱਚਿਆਂ ਨਾਲ ਡਿਸਕਸ ਕਰਿਆ ਕਿ ਤੁਸੀਂ ਕਿੰਨੇ ਭਾਗਾਂ ਵਾਲੇ ਬੱਚੇ ਹੋ, ਤੁਸੀਂ ਸਕੂਲ ਤੁਹਾਨੂੰ ਨਸੀਬ ਹੋਏ ਨੇ। ਤੁਸੀਂ ਉਹ ਬੱਚਿਆਂ ਨੂੰ ਦੇਖੋ ਜਿਹੜਾ ਇੱਥੇ ਨਾਲ ਹੀ ਹੈ, ਕਦੇ ਦੇਖਿਆ ਉਹ ਕਿੰਨੀਆਂ ਸੋਹਣੀਆਂ ਕੁੜੀਆਂ ਨੇ। ਸੋਹਣਾਪਣ ਇਹ ਨਹੀਂ ਹੁੰਦਾ ਕਿ ਤੁਹਾਡੇ ਕੱਪੜੇ ਕਿਹੋ ਜਿਹੇ ਪਾਏ ਨੇ, ਤੁਹਾਡਾ ਹੁਸਨ ਕਿਹੋ ਜਿਹਾ, ਸੋਹਣਾ ਤੁਹਾਡੇ ਅੰਦਰ ਕੀ ਚੱਲ ਰਿਹਾ, ਬਿਲਕੁਲ ਸਹੀ, ਤੁਹਾਡੇ ਦਿਮਾਗ 'ਚ ਕੀ ਚੱਲ ਰਿਹਾ। ਤਾਂ ਉਦੋਂ ਮੇਰੇ ਦਿਮਾਗ 'ਚ ਇੱਕ ਹੂਕ ਵੀ ਨਿਕਲੀ ਸੀ ਆਪਣੇ ਲਈ ਕਿ ਜਦੋਂ ਮੈਂ ਮਰ ਜਾਵਾਂ, ਰੋਣਾ ਨਾ ਮੁਸਕਰਾ ਦੇਣਾ, ਮੇਰੀ ਅਰਥੀ ਨੂੰ ਚੱਕਣਾ ਨਾ ਧਰਤੀ 'ਚ ਦਬਾ ਦੇਣਾ, ਮੇਰੇ ਤੇ ਕੱਫਣ ਨਾ ਪਾਉਣਾ ਉਹ ਮੇਰੇ ਹਮਦਰਦ ਦੋਸਤੋ, ਕਿਸੇ ਗਰੀਬ ਦੇ ਬੱਚੇ ਦਾ ਝੱਗਾ ਸਵਾ ਦੇਣਾ। ਵਾਹ ਵਾਹ, ਕੀ ਬਾਤ ਹੈ। ਹਿਲਾ ਦਿੰਦੇ ਹੋ ਤੁਸੀਂ ਆਪਣੀਆਂ ਗੱਲਾਂ ਦੇ ਨਾਲ, ਡਾਇਲੌਗਸ ਦੇ ਨਾਲ ਵੀ ਹਿਲਾਉਂਦੇ ਹੋ, ਤੇ ਗੱਲਾਂ ਤੇ ਬਹੁਤ ਸੋਹਣੀਆਂ ਖੂਬਸੂਰਤ। ਨਾ ਮੈਂ ਉਹ ਇਸ ਕਰਕੇ ਹੀ ਬੋਲਿਆ ਕਿ ਕਈ ਵਾਰੀ ਬੰਦੇ ਨੂੰ ਲੱਗਦਾ ਕਿ ਜਿਹੜਾ ਬੜਾ ਕਰਖਤ ਰੋਲ ਹੈ ਇਹ, ਪਰ ਉਹਦੇ ਅੰਦਰ ਇੱਕ ਆਰਟਿਸਟ ਹੈ ਨਾ ਜਿਹੜਾ ਉਹਦੇ ਅੰਦਰ ਤਾਂ ਬਹੁਤ ਕੁਛ ਚੱਲ ਰਿਹਾ ਹੁੰਦਾ। ਆਰਟਿਸਟ ਜਿੰਨਾ ਨਰਮ, ਮੈਂ ਕਹਿੰਦੀ ਹਾਂ ਸਖਤ ਆਰਟਿਸਟ ਹੋ ਹੀ ਨਹੀਂ ਸਕਦਾ। ਜਿਹੜਾ ਆਰਟਿਸਟ ਸਖਤ ਹੈ ਉਹ ਆਰਟਿਸਟ ਹੀ ਨਹੀਂ ਹੋ ਸਕਦਾ। ਹੁਣ ਅਸੀਂ ਥੋੜੀ ਜਿਹੀ ਡਰਾਮੇਬਾਜ਼ੀ ਜੀ ਕਰਕੇ ਦੇਖੀ। ਮੈਂ ਤੁਹਾਨੂੰ ਐਕਸਪ੍ਰੈਸ਼ਨ ਦਿੰਨਾ ਤੇ ਤੁਸੀਂ ਡਾਇਲੌਗ ਬੋਲੋ ਵੀ ਉਸ ਭਾਵਨਾ ਨੂੰ ਲੈ ਕੇ। ਇੱਕ ਬੱਚਾ ਰੋ ਰਿਹਾ ਹੈ ਨਾ, ਵੀ ਉਹ ਮਾਰ ਖਾ ਕੇ ਆਇਆ, ਕੁੱਟ ਖਾ ਕੇ ਆਇਆ। ਹੁਣ ਤੁਸੀਂ ਗੁੱਸੇ ਨਾਲ ਵੀ ਉਹਨੂੰ ਸਮਝਾ ਸਕਦੇ ਹੋ ਤੇ ਤੁਸੀਂ ਪਿਆਰ ਨਾਲ ਵੀ ਸਮਝਾ ਸਕਦੇ ਹੋ। ਹੁਣ ਤੁਹਾਡੇ ਉੱਤੇ ਛੱਡਦਾ ਮੈਂ। ਬੱਚਾ ਰੋ ਰਿਹਾ, ਪੁੱਤ ਨਾ ਮੇਰਾ ਬੱਚਾ, ਉਹ ਹਾਂ ਕਿਹਨੇ ਮਾਰਿਆ ਤੈਨੂੰ, ਬੋਲ ਵੀ ਪੁੱਤ ਕੁਛ, ਬੇਜਾ ਬੋਲ, ਕੁਛ ਲੈਣਾ ਕੁਛ ਚਾਹੀਦਾ ਤੈਨੂੰ, ਬੱਚੇ ਬੋਲ ਨਾ ਮੇਰਾ ਪੁੱਤ, ਤੈਨੂੰ ਮਾਰਿਆ, ਕਿਹਨੇ ਮਾਰਿਆ ਤੈਨੂੰ, ਦੱਸ ਮੈਨੂੰ, ਹੁਣੇ ਜਾਨੀ ਆ ਮੈਂ ਉਹਦੇ ਘਰੇ। ਉਹਦੀ ਮਾਂ ਨੂੰ ਮੈਂ ਕਿੰਨੇ ਵਾਰੀ ਸਮਝਾਇਆ, ਉਸੇ ਉੱਲੂ ਨੇ
ਨਾ ਮੈਂ ਜੜ ਕੇ ਆਉਂਦੀ ਹਾਂ। ਗੱਲ ਸੁਣ ਬੇ, ਮੈਂ ਤੈਨੂੰ ਕਿੰਨੇ ਵਾਰੀ ਕਿਹਾ ਮੇਰਾ ਮੁੰਡਾ ਕਿਸੇ ਨੂੰ ਕਹੇ ਨਾ ਕੁਛ ਵਾਸਤਾ, ਅੱਗੇ ਤੋਂ ਜੇ ਕਦੇ ਇਹਨੂੰ ਹੱਥ ਵੀ ਲਾਇਆ ਨਾ ਐਸਾ ਚੰਡੂਗੀ, ਯਾਦ ਰੱਖੇਗਾ। ਚਲ ਬਹੁਤ ਵਧੀਆ, ਕੀ ਬਾਤ ਹੈ। ਇਹ ਵਿੱਚੋਂ ਫੁਰਦੀ ਹੈ ਤੁਹਾਨੂੰ, ਮਤਲਬ ਐਕਟਿੰਗ ਦੇ ਵਿੱਚ ਕਈ ਵਾਰੀ ਇਦਾਂ ਹੁੰਦਾ ਹੈ ਵੀ ਹਾਂ ਯਾਰ ਕੋਈ ਡਾਇਲੋਗ ਕੁਝ ਹੋਰ ਹੁੰਦੇ ਤੇ ਤੁਸੀਂ ਵਹਿਣ ਦੇ ਵਿੱਚ ਕੁਝ ਹੋਰ ਬੋਲ ਜਾਂਦੇ ਹੋ ਜਾਂਦਾ ਕਿ ਤੇ ਜਿਵੇਂ ਤੁਸੀਂ ਇਹ ਆ ਹੁਣ ਕੀਤਾ ਤਾਂ ਇੱਕ ਮਾਂ ਹੈ ਬੱਚੇ ਨੂੰ ਕਿਵੇਂ ਬੋਲਦੀ ਹੈ ਨਾ, ਤੇ ਦੂਜਾ ਉਹਨੂੰ ਲੱਗਿਆ ਹੀ ਨਹੀਂ ਵੀ ਮੇਰਾ ਬੱਚਾ, ਕਿਉਂਕਿ ਉਹਨੂੰ ਤਾਂ ਐਂ ਲੱਗਿਆ ਮੇਰੇ ਬੱਚੇ ਨੂੰ ਕਿਉਂ ਝਿੜਕਿਆ, ਹਾਲਾਂਕਿ ਉਹਨੂੰ ਇਹ ਲੱਗਦਾ ਕਿ ਉਹ ਬੱਚਾ ਵੀ ਤਾਂ ਬੱਚਾ ਹੈ। ਬੱਚੇ ਕਿੰਨੇ ਵਾਰੀ ਲੜ ਪੈਂਦੇ ਨੇ। ਤੇ ਬਸ ਆਖਰੀ ਪਲ ਨੇ ਕੋਈ ਸਵਾਲ ਇਹੋ ਜਿਹਾ, ਕੋਈ ਗੱਲ ਇਹੋ ਜਿਹੀ ਜਿਹੜੀ ਮੈਂ ਤੁਹਾਡੇ ਤੋਂ ਨਾ ਪੁੱਛ ਸਕਿਆ ਹੋਵਾਂ ਔਰ ਤੁਹਾਡਾ ਦਿਲ ਕਰਦਾ ਹੋਵੇ ਕਿ ਦੂਰਦਰਸ਼ਨ ਤੇ ਮੈਂ ਜਾ ਕੇ ਜ਼ਰੂਰ ਕਰਾਂ? ਨਹੀਂ ਲੱਗਦਾ ਤੇ ਕਿ ਜਿਹੜੀ ਜਰਨੀ ਹੈ ਇਹ ਆਪਾਂ ਜਿਵੇਂ ਤੁਸੀਂ ਅੱਜ ਮੈਨੂੰ ਬੁਲਾਇਆ ਰੂਬਰੂ ਇੱਕ ਐਜ ਏ ਆਰਟਿਸਟ ਆਈ ਹਾਂ ਮੈਂ, ਜਰਨੀ ਤਾਂ ਬੜੀ ਲੰਬੀ ਹੈ। ਇਸ ਕਰਕੇ ਮੈਂ ਇਹੀ ਦੁਆ ਕਰੂੰਗੀ ਕਿ ਸਾਰੇ ਤੰਦਰੁਸਤ ਰਹਿਣ। ਤੇ ਮੈਂ ਇੱਕ ਸੁਨੇਹਾ ਜ਼ਰੂਰ ਦੇਵਾਂਗੀ ਕਿ ਧਰਤੀ ਮਾਂ ਤੇ ਅਸੀਂ ਆਏ ਹਾਂ, ਧਰਤੀ ਮਾਂ ਤੋਂ ਨਹੀਂ ਪੈਦਾ ਕੀਤੇ, ਆਪਣੀ ਮਾਂ ਤੋਂ ਪਹਿਲਾਂ ਧਰਤੀ ਮਾਂ ਹੈ, ਉਸ ਰੱਬ ਤੋਂ ਪਹਿਲਾਂ ਆਪਣੀ ਮਾਂ ਹੈ। ਤੇ ਸਾਨੂੰ ਧਰਤੀ ਮਾਂ ਦੇ ਜਿਹੜੇ ਇਸ ਮਨੁੱਖ ਨੇ ਇਹ ਪੈਦਾ ਹੋਏ ਨੇ, ਸਾਨੂੰ ਹੀਰਖਾ ਸਾੜਾ ਇਹਨਾਂ ਤੋਂ ਉੱਚਾ ਉੱਠ ਕੇ ਧਰਤੀ ਨੂੰ ਪਿਆਰ ਕਰਦੇ ਹੋਏ ਧਰਤੀ ਦੇ ਲੋਕਾਂ ਨੂੰ ਜ਼ਰੂਰ ਪਿਆਰ ਕਰਨਾ ਚਾਹੀਦਾ। ਜ਼ਮੀਨ ਦੇ ਨਾਲ ਜੁੜੇ ਹੋਏ ਕਲਾਕਾਰ ਸਾਨੂੰ ਮਿਲਦੇ ਨੇ ਔਰ ਦੂਰਦਰਸ਼ਨ ਦਾ ਇਹ ਹਮੇਸ਼ਾ ਹੀ ਉਪਰਾਲਾ ਰਿਹਾ ਹੈ ਕਿ ਐਡੇ ਖੂਬਸੂਰਤ ਕਲਾਕਾਰਾਂ ਨੂੰ ਤੁਹਾਡੇ ਰੂਬਰੂ ਕੀਤਾ ਜਾਵੇ। ਅੱਜ ਗੁਰਪ੍ਰੀਤ ਭੰਗੂ ਜੀ ਸਾਡੇ ਨਾਲ ਸੀ। ਬੇਸ਼ੱਕ ਛੋਟੀ ਜਿਹੀ ਮੁਲਾਕਾਤ ਸੀ ਪਰ ਅਸੀਂ ਬਹੁਤ ਕੁਝ ਇਹਨਾਂ ਕੋਲੋਂ ਸਿੱਖਿਆ। ਭੰਗੂ ਮੈਮ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਔਰ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸ਼ੁਕਰੀਆ।